हाँ जी बेटा, ਹੁਣ ਉਸ ਡਾਇਲੈਕਟ੍ਰਿਕ ਸਲੈਬ ਦੇ ਆਪਾਂ ਕੀ ਕੀਤਾ, ਇੰਟਰੋਡਿਊਸ ਕਰਤੀ ਉਸ ਪੈਰਲਲ ਪਲੇਟ ਕਪੈਸਿਟਰ ਦੇ ਵਿੱਚ। ਆਪਣੇ ਕੋਲ ਪੈਰਲਲ ਪਲੇਟ ਕਪੈਸਿਟਰ ਸੀਗਾ, ਇਹਦੇ ਵਿੱਚ ਇੱਕ ਡਾਇਲੈਕਟ੍ਰਿਕ ਸਲੈਬ ਇੰਟਰੋਡਿਊਸ ਕਰਤੀ। ਆ ਡਾਇਗਰਾਮ ਸ਼ੋ ਕਰ ਰਹੀ ਹੈ ਕਿ ਆਪਾਂ ਡਾਇਲੈਕਟ੍ਰਿਕ ਸਲੈਬ ਇੰਟਰੋਡਿਊਸ ਕਰਤੀ। ਰਾਜੇ ਜਿੱਦਾਂ ਹੀ ਡਾਇਲੈਕਟ੍ਰਿਕ ਸਲੈਬ ਇੰਟਰੋਡਿਊਸ ਕਰਾਂਗੇ, ਕੱਲ੍ਹ ਆਪਾਂ ਪੜ੍ਹਿਆ ਸੀਗਾ ਕਿ ਜਿਹੜੀ ਡਾਇਲੈਕਟ੍ਰਿਕ ਮਟੀਰੀਅਲ ਹੈ, ਜਦੋਂ ਉਸ ਨੂੰ ਆਪਾਂ ਰਾਜੇ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਹ ਕੀ ਹੁੰਦਾ ਸੀਗਾ, ਪੋਲਰਾਈਜ਼ ਹੁੰਦਾ ਸੀਗਾ, ਉਹਦੇ ਵਿੱਚ ਪੋਲਰਾਈਜੇਸ਼ਨ ਹੁੰਦੀ ਸੀਗੀ। ਸੋ ਇੱਥੇ ਵੀ ਸੇਮ ਹੋਏਗਾ, ਕਿਉਂਕਿ ਆਪਣੇ ਕੋਲ ਡਾਇਲੈਕਟ੍ਰਿਕ ਮਟੀਰੀਅਲ ਹੈ। ਡਾਇਲੈਕਟ੍ਰਿਕ ਮਟੀਰੀਅਲ ਦੇ ਵਿੱਚ ਕੀ ਹੋਣਗੇ, ਜਿਹੜੇ ਪੋਲਸ ਨੇ ਆਪਣੇ ਕੋਲ, ਉਹ ਬੇਟਾ ਜੀ ਅਲਾਈਨ ਹੋਣਾ ਸਟਾਰਟ ਕਰ ਦੇਣਗੇ। ਰਾਜੇ ਆ ਦੇਖੋ, ਆਹ ਆਪਣੇ ਕੋਲ ਪੈਰਲਲ ਪਲੇਟ ਕਪੈਸਿਟਰ ਹੈ। ਆਹ ਪਲੇਟ ਉਹਦੇ ਪੋਜ਼ਿਟਿਵ ਚਾਰਜ ਹੈ, ਆਹ ਪਲੇਟ ਆਪਣੇ ਕੋਲ ਨੈਗੇਟਿਵ ਚਾਰਜ ਹੈ, ਸਿਗਮਾ ਨੈਗੇਟਿਵ ਸਿਗਮਾ ਪੋਜ਼ਿਟਿਵ। ਇਹਨਾਂ ਵਿੱਚ ਇਲੈਕਟ੍ਰਿਕ ਫੀਲਡ ਸੈਟਅਪ ਹੋ ਰਿਹਾ E0। ਆਹ ਆਪਾਂ ਇੱਕ ਡਾਇਲੈਕਟ੍ਰਿਕ ਸਲੈਬ ਇੰਟਰੋਡਿਊਸ ਕਰਦੇ। ਜਦੋਂ ਡਾਇਲੈਕਟ੍ਰਿਕ ਸਲੈਬ ਦੀ ਗੱਲ ਕਰਾਂ, ਡਾਇਲੈਕਟ੍ਰਿਕ ਸਲੈਬ ਜਿਹੜੀ ਇਨੀਸ਼ੀਅਲੀ ਕੀ ਹੈ, ਉਹ ਆਪਣੇ ਕੋਲ ਪੋਜ਼ਿਟਿਵ ਅਤੇ ਨੈਗੇਟਿਵ ਕੁਝ ਇੱਦਾਂ ਪਏ ਹੋਏ, ਉਹਦੇ ਵਿੱਚ ਐਟਮਸ ਕੁਝ ਇੱਦਾਂ ਅਰੇਂਜ ਨੇ ਪੁੱਤਰ, ਐਟਮਸ ਕਹਿ ਲਈਏ, ਮੋਲੀਕਿਊਲਸ ਕਹਿ ਲਈਏ, ਠੀਕ ਹੈ। ਹੁਣ ਰਾਜਿਆਂ ਦੇ ਵਿੱਚ ਕੀ ਹੈ, ਕੁਝ ਇੱਦਾਂ ਅਰੇਂਜ ਨੇ। ਜਦੋਂ ਇੱਦਾਂ ਅਰੇਂਜ ਨੇ ਅਤੇ ਜਿੱਦਾਂ ਹੀ ਇਲੈਕਟ੍ਰਿਕ ਫੀਲਡ ਅਪਲਾਈ ਹੋਏਗਾ ਅਤੇ ਰਾਜੇ ਕੀ ਹੋਏਗਾ, ਆਪਣੇ ਕੋਲ ਜਿਹੜੇ ਇੱਕ ਸਾਈਡ ਉਹਦਾ ਨੈਗੇਟਿਵ ਹੈ ਉਹ ਇੱਦਾਂ ਟੈਂਡ ਕਰ ਜਾਏਗਾ। ਕੱਲ੍ਹ ਵੀ ਆਪਾਂ ਦੇਖਿਆ ਸੀਗਾ, ਉਹਦਾ ਅਰੇਂਜਮੈਂਟ ਆ ਜਾਏਗਾ, ਇਸ ਪਾਸੇ ਨੈਗੇਟਿਵ, ਦੂਜੇ ਪਾਸੇ ਪੋਜ਼ਿਟਿਵ ਹੋ ਜਾਏਗਾ। ਸੋ ਇਹਦੇ ਵਿੱਚ ਜਿਹੜਾ ਅਰੇਂਜਮੈਂਟ ਹੈ ਕੁਝ ਇੱਦਾਂ ਦਾ ਬਣ ਜਾਏਗਾ, ਜਿੱਦਾਂ ਦਾ ਆਪਣੀ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ। ਕੀ ਹੋ ਜਾਏਗਾ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਐਂਡ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਐਂਡ ਪੋਜ਼ਿਟਿਵ। ਸੋ ਇਹ ਅਰੇਂਜਮੈਂਟ ਕੁਝ ਇੱਦਾਂ ਦਾ ਬਣ ਜਾਏਗਾ। ਇਹ ਕੀ ਹੋ ਰਿਹਾ ਬੇਟਾ ਜੀ, ਇਹ ਪੋਲਰਾਈਜੇਸ਼ਨ ਹੋ ਰਹੀ ਹੈ। ਜਦੋਂ ਇਹ ਪੋਲਰਾਈਜੇਸ਼ਨ ਹੋਏਗੀ, ਇਸ ਪੋਲਰਾਈਜੇਸ਼ਨ ਕਰਕੇ ਇਲੈਕਟ੍ਰਿਕ ਫੀਲਡ ਸੈਟਅਪ ਹੋਏਗਾ ਇਨਸਾਈਡ ਦਾ ਡਾਇਲੈਕਟ੍ਰਿਕਸ। ਸੋ ਇਸ ਡਾਇਲੈਕਟ੍ਰਿਕ ਮਟੀਰੀਅਲ ਦੇ ਵਿੱਚ ਵੀ ਆ ਜਿਹੜਾ ਪੋਲਰਾਈਜੇਸ਼ਨ ਹੋ ਰਿਹਾ, ਇਹਨੂੰ ਪੋਲਰਾਈਜੇਸ਼ਨ ਇਲੈਕਟ੍ਰਿਕ ਫੀਲਡ ਕਹਾਂਗੇ। ਹੁਣ ਬੇਟਾ ਜੀ ਵੇਖਿਆ ਜਾਵੇ ਤਾਂ ਇਹਦੇ ਵਿੱਚ ਵੀ ਇਲੈਕਟ੍ਰਿਕ ਫੀਲਡ ਸੈਟਅਪ ਹੋ ਰਿਹਾ। ਇਹ ਆਰਟੀਕਲ ਆਪਾਂ ਪਹਿਲਾਂ ਵੀ ਕੀਤਾ ਸੀ ਰਾਜੇ। ਇਹਦੇ ਵਿੱਚ ਇਲੈਕਟ੍ਰਿਕ ਫੀਲਡ ਸੈਟਅਪ ਹੋ ਰਿਹਾ, ਕਿਉਂਕਿ ਇਹ ਨੈਗੇਟਿਵ ਪੋਜ਼ਿਟਿਵ ਅਤੇ ਨੈਗੇਟਿਵ ਹੈ। ਇਸ ਸਾਈਡ ਨੂੰ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ, ਇਸ ਸਾਈਡ ਨੂੰ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ, ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ। ਜੇ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ, ਇਨੀਸ਼ੀਅਲੀ ਆਪਣੇ ਕੋਲ ਅਪਲਾਈਡ ਇਲੈਕਟ੍ਰਿਕ ਫੀਲਡ ਜਿਹੜਾ ਸੀਗਾ, ਉਹਦੀ ਡਾਇਰੈਕਸ਼ਨ ਪੋਜ਼ਿਟਿਵ ਟੂ ਨੈਗੇਟਿਵ ਇਸ ਸਾਈਡ ਹੈ, ਇਸ ਸਾਈਡ ਡਾਇਰੈਕਸ਼ਨ ਹੈ। ਹੁਣ ਜਿਹੜਾ ਡਾਇਲੈਕਟ੍ਰਿਕਸ ਦੇ ਵਿੱਚ ਇਲੈਕਟ੍ਰਿਕ ਫੀਲਡ ਹੈ, ਉਹ ਬੜਾ ਦੂਸਰੀ ਸਾਈਡ ਆਪਣੇ ਕੋਲ ਅਪਲਾਈਡ ਹੋ ਰਿਹਾ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਣੇ ਕੋਲ ਇਲੈਕਟ੍ਰਿਕ ਫੀਲਡ ਇਨਸਾਈਡ ਦਾ ਡਾਇਲੈਕਟ੍ਰਿਕ ਸਲੈਬ ਹੋਏਗਾ, ਔਰ ਰਿਡਿਊਸ ਇਲੈਕਟ੍ਰਿਕ ਫੀਲਡ ਹੋਏਗਾ। ਸੋ ਉਹਦੇ ਵਾਸਤੇ ਵੀ ਆਪਾਂ ਫਾਰਮੂਲਾ ਲਿਖਿਆ ਸੀ, ਯਾਦ ਹੋਵੇ, ਰਿਡਿਊਸ ਇਲੈਕਟ੍ਰਿਕ ਫੀਲਡ ਆਪਾਂ ਲਿਖਿਆ ਸੀਗਾ E ਰਿਡਿਊਸ ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ ਅਪਲਾਈਡ ਇਲੈਕਟ੍ਰਿਕ ਫੀਲਡ, ਜਿਹਨੂੰ ਆਪਾਂ E0 ਵੀ ਕਹਿ ਸਕਦੇ ਹਾਂ, ਮਾਈਨਸ ਪੋਲਰਾਈਜ਼ ਇਲੈਕਟ੍ਰਿਕ ਫੀਲਡ, ਮਾਈਨਸ ਪੋਲਰਾਈਜ਼ ਇਲੈਕਟ੍ਰਿਕ ਫੀਲਡ। ਜਿਨ੍ਹਾਂ ਕੋਲ ਪੁੱਤਰ ਨਵੀਂ ਬੁੱਕ ਹੈ, ਉਹ ਪੁਰਾਣਾ ਟੌਪਿਕ ਪਹਿਲਾਂ ਕੀਤਾ ਹੋਇਆ ਸੀਗਾ, ਉਹਦੇ 'ਤੇ ਮਿਲ ਜਾਏਗਾ। ਸੋ E is equal to E reduce is equal to E applied minus E polarized ਆ ਗਿਆ। ਸੋ ਇਹ ਫਾਰਮੂਲਾ ਆਪਣੇ ਕੋਲ ਨਿਕਲ ਆਇਆ। ਆਪਾਂ ਇੱਥੋਂ ਲਿਖ ਸਕਦੇ ਹਾਂ E is equal to E0 minus E of P ਆ ਜਾਏਗਾ ਆਪਣੇ ਕੋਲ। ਇਹ ਚੀਜ਼ ਹੈ ਰਾਜੇ ਇਹਦੇ 'ਚ। ਸੋ ਨੈਕਸਟ ਟੌਪਿਕ ਹੈ ਆਪਣੇ ਕੋਲ ਡਾਇਲੈਕਟ੍ਰਿਕ ਕੌਂਸਟੈਂਟ। ਡਾਇਲੈਕਟ੍ਰਿਕ ਕੌਂਸਟੈਂਟ ਹੁੰਦਾ ਕੀ ਆਪਣੇ ਕੋਲ ਬੇਟਾ ਜੀ। ਸੋ ਡਾਇਲੈਕਟ੍ਰਿਕ ਕੌਂਸਟੈਂਟ ਪੁੱਤਰ ਕੀ ਹੁੰਦਾ ਹੈ, ਦਾ ਰੇਸ਼ੋ ਆਫ ਦਾ ਸਟਰੈਂਥ ਆਫ ਅਪਲਾਈਡ ਇਲੈਕਟ੍ਰਿਕ ਫੀਲਡ, ਅਪਲਾਈਡ ਇਲੈਕਟ੍ਰਿਕ ਫੀਲਡ ਦੀ ਰੇਸ਼ੋ ਟੂ ਦਾ ਸਟਰੈਂਥ ਆਫ ਦਾ ਰਿਡਿਊਸ ਇਲੈਕਟ੍ਰਿਕ ਫੀਲਡ। ਆਪਣੇ ਕੋਲ ਜਿਹੜਾ ਰਿਡਿਊਸ ਇਲੈਕਟ੍ਰਿਕ ਫੀਲਡ ਆ ਰਿਹਾ ਹੈ, ਯਾਨੀ ਕਿ E ਜਿਹੜਾ ਆ ਰਿਹਾ, ਉਹਨਾਂ ਦੋ ਦੀ ਰੇਸ਼ੋ ਦੀ ਗੱਲ ਕਰ ਰਿਹਾ। ਸੋ ਡਾਇਲੈਕਟ੍ਰਿਕ ਕੌਂਸਟੈਂਟ ਦੀ ਗੱਲ ਕਰੀਏ, K ਨਾਲ ਆਪਾਂ ਉਹਨੂੰ ਲਿਖ ਸਕਦੇ ਹਾਂ, ਰਿਲੇਟਿਵ ਪਰਮਿਟਿਵਿਟੀ ਵੀ ਕਹਿ ਦਿੰਦੇ, ਸਪੈਸੀਫਿਕ ਇੰਡਕਟਿਵ ਕਪੈਸਿਟੀ ਵੀ ਕਹਿ ਦਿੰਦੇ ਆ। ਸੋ ਇਹਦਾ ਮਤਲਬ ਕੀ ਹੈ ਕਿ ਕਿੰਨਾ ਇਲੈਕਟ੍ਰਿਕ ਫੀਲਡ ਨੂੰ ਆਪਾਂ ਅਲੋ ਕਰ ਰਹੇ ਹਾਂ, ਪਾਸ ਹੋਣ ਦੀ ਗੱਲ ਕਰ ਰਿਹਾ। ਸੋ ਬੇਟਾ ਜੀ ਆਪਣੇ ਕੋਲ ਗੱਲ ਕਰੀਏ ਕਿ ਜਿਹੜੀ डायलैक्ट्रिक कांस्टेंट है कि डायलैक्ट्रिक कांस्टेंट स्ट्रेंथ है, कादी स्ट्रेंथ है पुत्र, रेशो है, सॉरी रेशो ऑफ द स्ट्रेंथ ऑफ द अप्लाइड इलैक्ट्रिक फील्ड बाय रिड्यूस इलैक्ट्रिक फील्ड। कहने का मतलब कि अप्लाइड इलैक्ट्रिक फील्ड कितना सीगा ते इलैक्ट्रिक फील्ड रिड्यूस कितना हो गया। कहने का मतलब उस डायलैक्ट्रिक मटीरियल ने कितना इलैक्ट्रिक फील्ड नूं अलो कीता, दे विचों पास होने वास्ते अलो कीता। सो दैट इज़ अ डायलैक्ट्रिक कांस्टेंट। सो K इज़ इक्वल टू की आ गया अपने को, K इज़ इक्वल टू E0 इज़ ए अप्लाइड इलैक्ट्रिक फील्ड बाय E इज़ ए रिड्यूस्ड इलैक्ट्रिक फील्ड। सो इत्थे बेटा की कह रहा है कि जी K की वैल्यू ऑलवेज ग्रेटर दैन कहते तो होएगी 1 तो। बेटा क्यों ये वैल्यू बढ़ती क्यों होएगी, कारण की है आपको पता है कि जी वध तो वध की हो सकता है, E0 इज़ इक्वल टू E हो सकता।
ठीक है, ਵੱਧ ਤੋਂ ਵੱਧ ਕੀ ਹੋ ਸਕਦਾ E नॉट इज़ इक्वल टू E हो सकता है, फिर इनकी वैल्यू 1 आ जाएगी, पर कदे भी E नॉट जी है वो छोटी नहीं हो सकती E तो। ओके, उस तो बाद हैगा पोलराइजेशन डेंसिटी। पोलराइजेशन डेंसिटी की होंगी है राजे, इंड्यूस डायपोल मूवमेंट डिवेलप पर यूनिट वॉल्यूम इन ए डायलैक्ट्रिक स्लैब ऑन प्लेसिंग इट इनसाइड द इलैक्ट्रिक फील्ड। ਜਦੋਂ ਆਪਾਂ ਡਾਇਲੈਕਟ੍ਰਿਕ ਸਲੈਬ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ, ਉਹਦੇ ਵਿੱਚ ਜਿਹੜੀ ਇੰਡਿਊਸਡ ਡਾਇਪੋਲ ਮੂਵਮੈਂਟ ਡਿਵੈਲਪ ਹੁੰਦੀ ਹੈ ਪਰ ਯੂਨਿਟ ਵੋਲੀਅਮ ਦੇ ਹਿਸਾਬ 'ਤੇ, ਉਹਨੂੰ ਆਪਾਂ ਬੇਟਾ ਜੀ ਪੋਲਰਾਈਜੇਸ਼ਨ ਡੈਂਸਿਟੀ ਕਹਿ ਦਿੰਦੇ ਹਾਂ। ਹੁਣ ਬੇਟਾ ਜੀ ਡਾਇਪੋਲ ਮੂਵਮੈਂਟ ਦਾ ਫਾਰਮੂਲਾ ਆਪਾਂ ਨੂੰ ਪਤਾ, ਡਾਇਪੋਲ ਮੂਵਮੈਂਟ ਕੀ ਹੁੰਦੀ ਹੈ, P ਇਜ਼ ਇਕੁਅਲ ਟੂ ਚਾਰਜ ਇਨਟੂ ਡਿਸਟੈਂਸ ਬਿਟਵੀਨ ਟੂ ਪੋਲਸ। ਦੋ ਪੋਲਸ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਸੀ ਉਹ, यानी कि आप Q इंटू 2A लिख देंगे सीगे। सो इत्थे अपने कोल की है पुत्र, कहना जे मान लिया जाए कि P अपने को इंड्यूस डायपोल मूवमेंट है किसी एटम दे विच, N नंबर ऑफ एटम्स ने पर यूनिट वॉल्यूम, तो बेटा ये पोलराइजेशन डेंसिटी की आ जाएगी। सो P इज़ इक्वल टू N इंटू P। उस तो बाद राजे पहला डायरैक्ट आप पोलराइजेशन की जो डेफिनेशन है उनकी गल कर लेने। सो राजे देखो डेफिनेशन के अकॉर्डिंग की सीगा, पोलराइजेशन डेंसिटी जिन्होंने P ने लिखा इज इक्वल टू डायपोल मूवमेंट पर यूनिट वॉल्यूम। सो डायपोल मूवमेंट की गल करिए तो ये बेटा जी अपने को चार्ज अपने को जो Q सीगा मान लिया सीगा आप बेटा, स्पेसिंग जी इन्होंने हैगी सी D स्पेसिंग सी। सो इनका मतलब चार्ज इंटू स्पेसिंग, स्पेसिंग का मतलब डिस्टेंस, डिस्टेंस की है D। सो आप लिख लिया Q इंटू D आ गया, क्योंकि अपने को डायपोल है। डायपोल जोड़ा अपने को बेटा जी दो चार्जिस के विचकार पिया है, वो जोड़े चार्जिस ने वो प्लस Q तो माइनस Q है, दो फेसिस के उत्ते गल कर लीए। बेशक आप इनकी गल कर लीए कि आप सिंपल इनकी गल कर लीए कि डायपोल के विच दी गल कर लीए, जे आप इनकी ही गल कर दें कि आ अपने को प्लस तो माइनस है, तो राजे इन्हों के स्पेस मान लें कि डैट स्पेस इज ए D। सो जे आप कैपेसिटर की नहीं गल करते, आप इनकी गल कर लें, डायलैक्ट्रिक स्लैब की गल कर लें। सो ये भी की होएगा अपने को Q इंटू D आ गया। हुण बेटा जोड़ा अपने को वॉल्यूम होंदा है वो होंदा एरिया इंटू लेंथ होंदी है, एरिया इंटू D आ गया, D नाल D कैंसल, Q बाय A आ गया। Q बाय A होंदा सिग्मा चार्ज डेंसिटी, Q बाय A होंदा अपने को चार्ज डेंसिटी। सो ये तो अपने को EP की वैल्यू आ गई। सो आप रिड्यूस इलैक्ट्रिक फील्ड की जो वैल्यू कढ़नी हो, रिड्यूस इलैक्ट्रिक फील्ड की वैल्यू अपने पता की सीगी, डैट इज़ E इज़ इक्वल टू E नॉट माइनस E ऑफ P आ। ठीक है, सो बेटा जी E नॉट की वैल्यू अपन पता से आप स्टार्टिंग के लिखी सी सिग्मा बाय एप्सिलॉन नॉट। ठीक, हुण जे मैं कहां कि मेरे को जोड़ा रिड्यूस इलैक्ट्रिक फील्ड है, रिड्यूस इलैक्ट्रिक फील्ड की गल करिए तो उहदे विच की होएगी सिग्मा P बाय एप्सिलॉन नॉट। ठीक है, क्योंकि E है उन्होंने भी मैं लिख सकता, बट उहदे विच P पाता कि जी अपने को चार्ज डेंसिटी है पोलराइजेशन करके आ गई। सो राजे इत्थे आपां की कर सकते हैं, इत्थे अपने को सिग्मा माइनस सिग्मा P बाय एप्सिलॉन नॉट आ गया। E की वैल्यू अपने को आ रही E इज़ इक्वल टू सिग्मा माइनस सिग्मा P बाय एप्सिलॉन नॉट आ गया। सो राजे सिग्मा P की सीगा, सिग्मा P अपने को की आया सीगा पोलराइजेशन डेंसिटी आई सी, इनकी जगह पर वैल्यू पा देंगे। सो E इज़ इक्वल टू की होएगा सिग्मा बाय एप्सिलॉन नॉट माइनस P बाय एप्सिलॉन नॉट आ जाएगा। ओके, सिग्मा बाय एप्सिलॉन नॉट माइनस P बाय एप्सिलॉन नॉट। सो सम बुक्स के उत्ते पुत्र की किया, इस तो अगे इनू फिर इलैक्ट्रिक फील्ड अप्लाइड इलैक्ट्रिक फील्ड बनाता, इनू E नॉट लिख सकते हैं, माइनस P बाय एप्सिलॉन नॉट आ जाएगा। सो आ रिलेशन निकल के आ जाएगा अपने को, डैट इज़ E इज़ इक्वल टू E नॉट माइनस P इंटू P बाय एप्सिलॉन नॉट। थैंक यू।